ਸਤਿ ਸ਼੍ਰੀ ਅਕਾਲ ਪੀਐਨਸੀਐਨ ਦੇਖ ਰਹੇ ਹੋ ਤੁਸੀਂ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਸਵਾਗਤ ਹੈ। ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਦਿਨ ਰਾਤ ਰਾਜਧਾਨੀ ਵਿੱਚ ਸੁਣ ਰਹੇ ਨੇ ਟਰੱਕਾਂ ਦੇ ਹਾਰਨ, ਤਾਂ ਇਸ ਬਾਰੇ ਜੱਜ ਨੇ ਸ਼ਾਂਤੀ ਸੰਬੰਧੀ ਲੋਕਾਂ ਦੇ ਹੱਕ ਬਾਰੇ ਗੱਲ ਕਰਦੇ ਹੋਏ 10 ਦਿਨ ਦੇ ਲਈ ਹਾਰਨ ਤੇ ਲਗਾਇਆ ਬੈਨ। ਦੱਸਾਂਗੇ ਡਾਊਨਟਾਊਨ ਦੇ ਵਾਸਤੇ ਹੋਰ ਕੀ ਫੈਸਲੇ ਤੇ ਕੀ ਨੇ ਇਸ ਸਮੇਂ ਹਾਲਾਤ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੋਵਿਡ ਤੋਂ ਠੀਕ ਹੋ ਕੇ ਪਹੁੰਚੇ ਪਾਰਲੀਮੈਂਟ। ਅੱਜ ਪਾਰਲੀਮੈਂਟ ਵਿੱਚ ਕਿਹੜੀਆਂ ਗੱਲਾਂ ਦਾ ਜ਼ਿਕਰ ਕੀਤਾ ਤੇ ਪ੍ਰਦਰਸ਼ਨ ਬਾਰੇ ਕੀ ਕੁਝ ਕਿਹਾ, ਤੁਹਾਨੂੰ ਸੁਣਾਵਾਂਗੇ। ਕੋਵਿਡ-19 ਦੀਆਂ ਹਦਾਇਤਾਂ ਟਰੈਵਲ ਕਰਨ ਸੰਬੰਧੀ ਅਜੇ ਵੀ ਲਾਗੂ ਰਹਿਣ ਦੇ ਉੱਤੇ ਆਉਂਦੇ ਮਹੀਨਿਆਂ ਲਈ 에ਅਰਲਾਈਨਸ ਨੇ ਮੁੜ ਤੋਂ ਕਈ ਫਲਾਈਟਾਂ ਰੱਦ ਕੀਤੀਆਂ ਨੇ। ਇਸ ਦੇ ਬਾਰੇ ਦੱਸਾਂਗੇ ਜਾਣਕਾਰੀ। ਪੀਲ ਪੁਲਿਸ ਨੇ 22 ਸਾਲਾ ਪੰਜਾਬੀ ਨੌਜਵਾਨ ਦੇ ਉੱਤੇ ਮਾਮਲੇ ਦਰਜ ਕੀਤੇ ਨੇ। ਦੱਸਾਂਗੇ ਕੀ ਹੈ ਪੂਰਾ ਮਾਮਲਾ। ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਤਾਜ਼ਾ ਕੀਤੇ ਗਏ ਐਲਾਨ ਤੇ ਹਾਈਵੇ 1 ਦੇ ਉੱਤੇ ਹੋਏ ਜਾਨਲੇਵਾ ਹਾਦਸੇ ਦੇ ਬਾਰੇ ਵੀ ਖਬਰਾਂ ਵਿੱਚ ਦੇ ਰਹੇ ਹਾਂ ਜਾਣਕਾਰੀ, ਤੁਸੀਂ ਸੁਣ ਸਕਦੇ ਹੋ। ਇਸ ਦੇ ਨਾਲ ਹੀ ਹੁਣ ਖਬਰਾਂ ਦੀ ਸ਼ੁਰੂਆਤ ਕਰਾਂਗੇ। ਕੈਨੇਡਾ ਦੇ ਵੱਖੋ ਵੱਖਰੇ ਸ਼ਹਿਰਾਂ ਵਿੱਚ ਇਸ ਸਮੇਂ ਜੋ ਪ੍ਰਦਰਸ਼ਨ ਹੋ ਰਹੇ ਨੇ, ਪਹਿਲਾਂ ਤਾਂ ਸੀ ਕਿ ਸਿਰਫ ਵੀਕਐਂਡ ਦੇ ਉੱਤੇ, ਪਰ ਹੁਣ ਪੂਰਾ ਹਫਤਾ ਤੇ ਨਾਲ ਹੀ ਹਰ ਰੋਜ਼ ਵੱਖੋ ਵੱਖਰੇ ਸ਼ਹਿਰਾਂ ਵਿੱਚ ਪ੍ਰਦਰਸ਼ਨ ਹੋ ਰਹੇ ਨੇ ਤੇ ਹਰ ਰੋਜ਼ ਰਾਜਧਾਨੀ ਦੇ ਵਿੱਚ ਤਾਂ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਨਾਅਰੇਬਾਜ਼ੀ ਕੀਤੀ ਹੀ ਜਾ ਰਹੀ ਹੈ ਤੇ ਪ੍ਰਦਰਸ਼ਨ ਕੀਤੇ ਹੀ ਜਾ ਰਹੇ ਨੇ। ਜਿਵੇਂ ਕਿ ਅੱਜ ਪਾਰਲੀਮੈਂਟ ਦਾ ਸੈਸ਼ਨ ਵੀ ਸੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੋਵਿਡ-19 ਤੋਂ ਬਾਅਦ ਠੀਕ ਹੋਣ ਤੋਂ ਬਾਅਦ ਜੋ ਉਹ ਪਾਰਲੀਮੈਂਟ ਦੇ ਵਿੱਚ ਅੱਜ ਆਪ ਪਹੁੰਚੇ। ਇਸ ਮੌਕੇ ਇਹਨਾਂ ਪ੍ਰਦਰਸ਼ਨਾਂ ਦੇ ਬਾਰੇ ਉਹਨਾਂ ਨੇ ਪ੍ਰਤੀਕਰਮ ਦਿੱਤਾ, ਜਿੱਥੇ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਜ਼ਿਕਰ ਕੀਤਾ ਗਿਆ ਆਟਵਾ ਦੇ ਉਹਨਾਂ ਲੋਕਾਂ ਦਾ ਜਿਨ੍ਹਾਂ ਦੇ ਵੱਲੋਂ ਸ਼ਿਕਾਇਤਾਂ ਵੀ ਦਰਜ ਕਰਵਾਈਆਂ ਜਾ ਰਹੀਆਂ ਨੇ, ਜੋ ਲਗਾਤਾਰ ਰੌਲਾ ਪਾਇਆ ਜਾਂਦਾ, ਹਾਰਨ ਵਜਾਏ ਜਾਂਦੇ ਨੇ। ਜੋ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਸੀ ਕਿ ਅੱਧੀ ਰਾਤ ਨੂੰ ਇੱਕਦਮ ਆਤਿਸ਼ਬਾਜ਼ੀ ਕੀਤੀ ਗਈ। ਕੁਝ ਅਜਿਹੀਆਂ ਤਸਵੀਰਾਂ ਜੋ ਸਾਹਮਣੇ ਆ ਰਹੀਆਂ ਨੇ ਉਸ ਨੂੰ ਲੈ ਕੇ ਨਿੰਦਾ ਕੀਤੀ ਗਈ ਕਿ ਜੋ ਆਮ ਲੋਕ ਪਰੇਸ਼ਾਨ ਹੋ ਰਹੇ ਨੇ ਉਸ ਦਾ ਜ਼ਿਕਰ ਕੀਤਾ ਗਿਆ। ਤਾਂ ਦੂਜੇ ਪਾਸੇ ਇੱਕ ਜੱਜ ਦੇ ਵੱਲੋਂ ਜੋ ਅਦਾਲਤ ਦੇ ਵਿੱਚ ਇਸ ਮਾਮਲੇ ਦੇ ਉੱਤੇ ਫੈਸਲਾ ਸੁਣਾਇਆ ਗਿਆ ਕਿ 10 ਦਿਨ ਦੇ ਵਾਸਤੇ ਕੈਨੇਡਾ ਦੀ ਰਾਜਧਾਨੀ ਆਟਵਾ ਦੇ ਵਿੱਚ ਹਾਰਨ ਮਾਰਨ ਤੋਂ ਮਨਾ ਕਰ ਦਿੱਤਾ ਗਿਆ, ਕਿਉਂਕਿ ਜੋ ਟਰੱਕਾਂ ਦੇ ਵੱਡੇ ਹਾਰਨ ਨੇ ਉਹ ਦਿਨ ਰਾਤ ਉੱਥੇ ਆਵਾਜ਼ ਸੁਣਾਈ ਦਿੰਦੀ ਹੈ, ਜਿਸ ਦੇ ਕਰਕੇ ਆਮ ਲੋਕ ਜੋ ਪਹਿਲਾਂ ਤੋਂ ਉੱਥੇ ਰਹਿ ਰਹੇ ਨੇ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤੇ ਇਸੇ ਨੂੰ ਲੈ ਕੇ ਕਿ ਸ਼ਾਂਤਮਈ ਮਾਹੌਲ ਦੇ ਵਿੱਚ ਰਹਿਣ ਦਾ ਹੱਕ ਹੈ ਸਾਰਿਆਂ ਨੂੰ, ਉਸ ਕਾਨੂੰਨ ਦੇ ਤਹਿਤ ਇਹ ਫੈਸਲਾ ਸੁਣਾਇਆ ਗਿਆ ਕਿ ਅਗਲੇ 10 ਦਿਨ ਵਾਸਤੇ ਉੱਥੇ ਹਾਰਨ ਨਹੀਂ ਵਜਾਇਆ ਜਾਵੇਗਾ। ਤੇ ਜੇਕਰ ਕਿਸੇ ਵੱਲੋਂ ਅਜਿਹਾ ਕੀਤਾ ਜਾਂਦਾ ਹੈ ਤਾਂ ਉਸ ਨੂੰ ਗ੍ਰਿਫਤਾਰ ਵੀ ਕੀਤਾ ਜਾ ਸਕਦਾ ਹੈ। ਇਸ ਦੌਰਾਨ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ। ਜੋ ਬਣਦੀ ਕਾਰਵਾਈ ਉਹ ਹੋ ਸਕਦੀ ਹੈ, ਕਿਉਂਕਿ ਫਿਰ ਇਹ ਕਾਨੂੰਨ ਦੀ ਉਲੰਘਣਾ ਹੋਵੇਗੀ। ਤੇ ਇਸੇ ਨੂੰ ਲੈ ਕੇ ਕੈਲਗਰੀ ਦੇ ਵਿੱਚ ਫਾਈਨ ਵੀ ਹੋਏ ਨੇ ਤੇ ਸੰਮਣ ਵੀ ਭੇਜੇ ਗਏ ਨੇ। ਦਰਅਸਲ ਕੈਲਗਰੀ ਵਿੱਚ ਵੱਡੀ ਗਿਣਤੀ ਲੋਕਾਂ ਨੇ ਪ੍ਰਦਰਸ਼ਨ ਕੀਤਾ, ਸਿਟੀ ਹਾਲ ਦੇ ਅੱਗੇ ਸੜਕਾਂ ਨੂੰ ਜਾਮ ਕੀਤਾ। ਜਦੋਂ ਉੱਥੇ ਜਾਮ ਇਹ ਲੱਗਿਆ ਹੋਇਆ ਸੀ ਤਾਂ ਉੱਥੇ ਦੋਵੇਂ ਲੇਨਸ ਨੇ ਜੋ ਉਹਨਾਂ ਨੂੰ ਬਲੌਕ ਕੀਤਾ ਗਿਆ ਵੱਡੀ ਗਿਣਤੀ ਗੱਡੀਆਂ ਦੇ ਵੱਲੋਂ ਜੋ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਸਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੇ 30 ਤੋਂ ਵੱਧ ਜਣਿਆਂ ਨੂੰ ਟਿਕਟਾਂ ਦਿੱਤੀਆਂ ਨੇ, ਯਾਨੀ ਕਿ ਜੁਰਮਾਨੇ ਕੀਤੇ ਨੇ ਤੇ 50 ਦੇ ਕਰੀਬ ਜਣਿਆਂ ਦੇ ਘਰ ਸੰਮਣ ਭੇਜੇ ਗਏ ਨੇ। ਸੰਮਣ ਉਹਨਾਂ ਨੂੰ ਭੇਜੇ ਗਏ ਨੇ ਜਿਨ੍ਹਾਂ ਦੇ ਵਾਹਨ ਉਸ ਪ੍ਰਦਰਸ਼ਨ ਦੇ ਵਿੱਚ ਮੌਜੂਦ ਸਨ, ਜਿਸ ਦੇ ਕਰਕੇ ਸੜਕਾਂ ਦੇ ਉੱਤੇ ਜਾਮ ਲੱਗ ਗਿਆ ਤੇ ਉਹਨਾਂ ਵਾਹਨਾਂ ਦੀ ਜਾਣਕਾਰੀ ਲੈ ਕੇ ਉਹਨਾਂ ਦੇ ਜੋ ਮਾਲਕ ਨੇ ਉਹਨਾਂ ਨੂੰ ਸੰਮਣ ਭੇਜੇ ਨੇ। ਕੈਲਗਰੀ ਪੁਲਿਸ ਨੇ ਇਸ ਦੀ ਜਾਣਕਾਰੀ ਦੱਸੀ। ਤਾਂ ਦੂਜੇ ਪਾਸੇ ਆਟਵਾ ਦੇ ਵਿੱਚ ਸ਼ਹਿਰ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਸਟੇਟ ਆਫ ਐਮਰਜੈਂਸੀ ਸ਼ਹਿਰ ਦੇ ਵਿੱਚ ਐਲਾਨ ਦਿੱਤੀ ਗਈ ਹੈ। ਐਤਵਾਰ ਨੂੰ ਯਾਨੀ ਕਿ ਕੱਲ ਇਹ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਸੀ। ਦਰਅਸਲ ਜਦੋਂ ਐਮਰਜੈਂਸੀ ਦਾ ਐਲਾਨ ਹੋ ਜਾਂਦਾ ਹੈ ਤਾਂ ਫਿਰ ਹੋਰ ਜਿਹੜੇ ਮਦਦ ਹੈ ਲਈ ਜਾਂਦੀ ਹੈ, ਜਿਸ ਦੇ ਵਿੱਚ ਜਿਵੇਂ ਕਿ ਫੈਡਰਲ ਪੱਧਰ ਦੇ ਉੱਤੇ ਵੀ ਮਦਦ ਦਿੱਤੀ ਜਾ ਸਕਦੀ ਹੈ, ਕਿਉਂ ਜੋ ਆਟਵਾ ਦੇ ਵਿੱਚ ਪੁਲਿਸ ਅਧਿਕਾਰੀ ਘੱਟ ਪੈ ਰਹੇ ਨੇ ਇਸ ਹਾਲਾਤ ਨੂੰ ਕਾਬੂ ਕਰਨ ਦੇ ਵਾਸਤੇ ਜੋ ਇਸ ਸਮੇਂ ਬਣੇ ਹੋਏ ਨੇ, ਜਿਸ ਦੇ ਵਿੱਚ ਪੁਲਿਸ ਅਧਿਕਾਰੀਆਂ ਦੇ ਵੱਲੋਂ ਦਿਨ ਰਾਤ ਚੱਪੇ ਦੇ ਉੱਤੇ ਨਜ਼ਰ ਵੀ ਰੱਖੀ ਜਾ ਰਹੀ ਹੈ। ਇਸ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪਾਰਲੀਮੈਂਟ ਦੇ ਵਿੱਚ ਇਸ ਦੇ ਬਾਰੇ ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬੋਲੇ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਕੋਵਿਡ-19 ਦੇ ਟੀਕਿਆਂ ਨੂੰ ਮਨਜ਼ੂਰੀ ਹਾਲਾਤ ਦੇ ਮੱਦੇਨਜ਼ਰ ਹੀ ਦਿੱਤੀ ਗਈ ਸੀ ਕਿ ਕੈਨੇਡਾ ਵਾਸੀ ਅਜਿਹਾ ਚਾਹੁੰਦੇ ਸਨ। ਇਹ ਜ਼ਿਕਰ ਉਹਨਾਂ ਨੇ ਕੀਤਾ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਕੋਵਿਡ-19 ਦੀਆਂ ਹਦਾਇਤਾਂ ਤੋਂ ਕੋਈ ਵੀ ਖੁਸ਼ ਨਹੀਂ ਹੈ। ਕੋਈ ਨਹੀਂ ਚਾਹੁੰਦਾ ਕਿ ਉਹ ਹਰ ਵਕਤ ਮਾਸਕ ਪਾ ਕੇ ਰੱਖੇ ਤੇ ਉਹ ਆਮ ਵਰਗੀ ਜ਼ਿੰਦਗੀ ਜਿਉਣ ਤੋਂ ਦੂਰ ਹੋ ਜਾਵੇ, ਜਿਸ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਤੇ ਆਪਣੇ ਪਰਿਵਾਰ ਦੀ ਉਦਾਹਰਣ ਵੀ ਸਾਂਝੀ ਕੀਤੀ। ਉਹਨਾਂ ਨੇ ਕਿਹਾ ਕਿ ਜਿਵੇਂ ਪਿਛਲੇ ਹਫ਼ਤੇ ਉਹਨਾਂ ਦੇ ਪਰਿਵਾਰ ਨੂੰ ਕੋਵਿਡ-19 ਦਾ ਸਾਹਮਣਾ ਕਰਨਾ ਪਿਆ, ਬੱਚਿਆਂ ਨੂੰ ਕੋਵਿਡ-19 ਹੋ ਗਿਆ ਸੀ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਸੀ, ਤਾਂ ਉਸ ਦੌਰਾਨ ਹਦਾਇਤਾਂ ਦੇ ਵਿੱਚ ਉਹਨਾਂ ਨੂੰ ਰਹਿਣਾ ਪਿਆ ਤੇ ਉਹ ਚਾਹੁੰਦੇ ਨਹੀਂ ਕਿ ਅਜਿਹੀਆਂ ਹਦਾਇਤਾਂ ਦੇ ਵਿੱਚ ਰਹਿਣਾ ਪਵੇ, ਪਰ ਸਾਰਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਉਹਨਾਂ ਨੂੰ ਅਜਿਹਾ ਕਰਨਾ ਪੈਂਦਾ ਹੈ। ਤੇ ਇਸ ਦੇ ਨਾਲ ਹੀ ਜਿਵੇਂ ਬਰਥਡੇ ਪਾਰਟੀਜ਼ ਹੁੰਦੀਆਂ ਨੇ, ਬੱਚੇ ਇਸ ਉਮਰ ਦੇ ਵਿੱਚ ਜਾਂਦੇ ਨੇ ਜੋ ਉਹਨਾਂ ਦੇ ਬੱਚਿਆਂ ਦੀ ਉਮਰ ਹੈ, ਇੱਕ ਦੂਜੇ ਦੇ ਦੋਸਤਾਂ ਦੇ ਘਰ ਜਾਂਦੇ ਨੇ ਰਹਿਣ ਦੇ ਵਾਸਤੇ, ਅਜਿਹਾ ਕੁਝ ਨਹੀਂ ਕਰ ਪਾ ਰਹੇ ਜੋ ਕੋਵਿਡ-19 ਦੇ ਕਰਕੇ ਹਦਾਇਤਾਂ ਲੱਗੀਆਂ ਹੋਈਆਂ ਨੇ, ਜਿਸ ਕਰਕੇ ਉਹਨਾਂ ਨੂੰ ਵੀ ਇਹ ਬੁਰਾ ਲੱਗਦਾ ਹੈ ਕਿ ਜੋ ਕੋਵਿਡ-19 ਦੀਆਂ ਹਦਾਇਤਾਂ ਨੇ ਉਹ ਛੇਤੀ ਨਾਲ ਹਟ ਜਾਣ। ਪਰ
ਇਸ ਦੇ ਲਈ ਸਾਰਿਆਂ ਦਾ ਸੁਰੱਖਿਅਤ ਹੋਣਾ ਜ਼ਰੂਰੀ ਹੈ ਤੇ ਇਸੇ ਕਰਕੇ ਕੋਵਿਡ-19 ਦੇ ਟੀਕੇ ਲਗਵਾਉਣੇ ਜ਼ਰੂਰੀ ਨੇ। ਇਸ ਦਾ ਜ਼ਿਕਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਾਰਲੀਮੈਂਟ ਦੇ ਵਿੱਚ ਕੀਤਾ। ਹੋਰ ਕਿਹੜੀਆਂ ਗੱਲਾਂ ਕਹੀਆਂ ਨੇ ਉਹ ਤੁਹਾਨੂੰ ਸੁਣਾਉਂਦੇ ਹਾਂ। We're all tired of this pandemic. We're frustrated, we're worn down. None more worn down than our frontline health workers who've been going flat out for 2 years. But everyone's tired of having to wear masks, having to follow public health restrictions. Families like mine just last week that test positive, have to follow public health rules, have to isolate themselves. Nobody wants to do that. I don't know how many conversations parents have had to have with kids about not going to birthday parties, but not getting to have sleepovers. This pandemic has sucked for all Canadians. But Canadians know the way to get through it is to continue listening to science, continuing to lean on each other, continuing to be there for each other. ਜਿਵੇਂ ਕਿ ਤੁਸੀਂ ਇੱਥੇ ਸੁਣਿਆ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਹ ਗੱਲਾਂ ਕਹੀਆਂ ਗਈਆਂ ਜੋ ਹਾਊਸ ਆਫ ਕਾਮਨਸ ਦੇ ਵਿੱਚ ਇੱਕ ਡਿਬੇਟ ਹੋਈ ਸੀ। ਇਸ ਮੁੱਦੇ ਦੇ ਉੱਤੇ ਐਮਰਜੈਂਸੀ ਡਿਬੇਟ ਬੁਲਾਈ ਗਈ ਸੀ। ਉਸ ਦੇ ਵਿੱਚ ਨਾ ਸਿਰਫ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਗੋਂ ਜਗਮੀਤ ਸਿੰਘ ਵੀ ਬੋਲੇ ਤੇ ਨਾਲ ਹੀ ਮਾਰਕੋ ਮੈਂਡੀਚੀਨੋ ਵੀ ਬੋਲੇ ਤੇ ਵੱਖੋ ਵੱਖਰੇ ਜੋ MP ਨੇ ਉਹਨਾਂ ਨੇ ਇਸ ਡਿਬੇਟ ਦੇ ਵਿੱਚ ਹਿੱਸਾ ਲਿਆ। ਆਪੋ ਆਪਣੇ ਪੱਧਰ ਦੇ ਉੱਤੇ ਜੋ ਬਿਆਨ ਉਹਨਾਂ ਦੇ ਵੱਲੋਂ ਇੱਥੇ ਦਰਜ ਕਰਵਾਏ ਗਏ, ਜੋ ਪ੍ਰਤੀਕਰਮ ਦਿੱਤਾ ਗਿਆ ਤੇ ਨਾਲ ਹੀ ਹੱਲ ਲੱਭਣ ਦੇ ਵਾਸਤੇ ਕੰਜ਼ਰਵੇਟਿਵ ਪਾਰਟੀ ਦੇ ਵੱਲੋਂ ਜਿਹੜੇ MP ਨੇ ਉਹਨਾਂ ਨੇ ਲਿਬਰਲ ਪਾਰਟੀ ਦੇ ਉੱਤੇ ਇਲਜ਼ਾਮ ਵੀ ਲਗਾਏ ਤੇ ਨਾਲ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਕਈ ਸਵਾਲ ਵੀ ਪੁੱਛੇ। ਇਸ ਦੇ ਨਾਲ ਹੀ ਜਿਹੜੇ ਵੀ ਇਸ ਦੇ ਉੱਤੇ ਕੋਈ ਹੋਰ ਪ੍ਰਤੀਕਰਮ ਆਉਂਦੇ ਨੇ ਤੇ ਨਾਲ ਹੀ ਇਸ ਪ੍ਰਦਰਸ਼ਨ ਦੇ ਜੋ ਹਾਲਾਤ ਬਣਦੇ ਨੇ, ਪ੍ਰਦਰਸ਼ਨਕਾਰੀਆਂ ਦੇ ਵੱਲੋਂ ਸ਼ਾਂਤਮਈ ਢੰਗ ਦੇ ਨਾਲ ਵੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪਰ ਕਈ ਥਾਵਾਂ ਦੇ ਉੱਤੇ ਜਦੋਂ ਮਾਹੌਲ ਵਿਗੜਨ ਲੱਗਦਾ ਹੈ ਤਾਂ ਉਸ ਮੌਕੇ ਪੁਲਿਸ ਦੇ ਵੱਲੋਂ ਕਾਰਵਾਈ ਵੀ ਕੀਤੀ ਜਾਂਦੀ ਹੈ, ਜਿਸ ਦੀਆਂ ਤਸਵੀਰਾਂ ਲਗਾਤਾਰ ਜੋ ਵੀ ਸਾਹਮਣੇ ਆਉਂਦੀਆਂ ਨੇ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਤੇ ਇਸ ਦੇ ਬਾਰੇ ਅਪਡੇਟ ਵੀ ਦੱਸਾਂਗੇ। ਅੱਗੇ ਜਾਣਕਾਰੀ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਜੋ ਅੰਕੜੇ ਸਾਂਝੇ ਕੀਤੇ ਨੇ, ਜਿਸ ਦੇ ਵਿੱਚ ਅੰਦਾਜ਼ਨ ਦੱਸਿਆ ਗਿਆ ਕਿ ਅਗਲੇ 10 ਸਾਲ ਦੇ ਵਿੱਚ 10 ਲੱਖ ਤੋਂ ਵੱਧ ਨਵੀਆਂ ਨੌਕਰੀਆਂ ਆਉਣਗੀਆਂ। ਜੋ ਇਸ ਸਮੇਂ ਨੌਕਰੀਆਂ ਮੌਜੂਦ ਨੇ ਉਹ ਤਾਂ ਰਹਿਣਗੀਆਂ ਹੀ, ਸਗੋਂ ਨਵੀਆਂ ਹੋਰ ਨੌਕਰੀਆਂ ਲੱਖਾਂ ਦੀ ਗਿਣਤੀ ਵਿੱਚ ਅਗਲੇ ਆਉਣ ਵਾਲੇ ਇੱਕ ਦਹਾਕੇ ਦੇ ਵਿੱਚ ਜੁੜਨਗੀਆਂ ਤੇ ਇਸ ਮੌਕੇ ਕਾਮਿਆਂ ਦੀ ਪੂਰਤੀ ਕੀਤੇ ਜਾਣ ਦੇ ਵਾਸਤੇ ਕਦਮ ਚੁੱਕੇ ਜਾਣਗੇ ਕਿ ਪ੍ਰਵਾਸੀ ਕਾਮਿਆਂ ਨੂੰ ਵੀ ਇਸ ਦੇ ਵਿੱਚ ਮੌਕਾ ਮਿਲੇਗਾ ਕਿ ਉਹ ਇੱਥੇ ਆ ਕੇ ਕੰਮ ਕਰ ਸਕਣ ਤੇ ਆਰਥਿਕਤਾ ਨੂੰ ਮਜ਼ਬੂਤ ਕੀਤੇ ਜਾਣ ਦੇ ਵਾਸਤੇ ਪ੍ਰਵਾਸੀਆਂ ਨੂੰ ਹੋਰ ਬੁਲਾਉਣ ਦੇ ਬਾਰੇ ਵੀ ਜ਼ਿਕਰ ਕੀਤਾ ਗਿਆ ਤੇ ਨਾਲ ਹੀ ਇੰਟਰਨੈਸ਼ਨਲ ਸਟੂਡੈਂਟਸ ਦਾ ਵੀ ਜ਼ਿਕਰ ਕੀਤਾ ਗਿਆ ਜੋ ਇੱਥੇ ਆ ਕੇ ਪੜ੍ਹਦੇ ਨੇ ਤੇ ਉਸ ਤੋਂ ਬਾਅਦ ਉੱਥੇ ਕੰਮ ਕਰਦੇ ਨੇ, ਜਿਸ ਦੇ ਨਾਲ ਜਿਹੜਾ ਲਾਭ ਹੁੰਦਾ ਹੈ ਸੂਬੇ ਨੂੰ। ਇਸ ਦੌਰਾਨ ਜੋ ਰਵੀ ਕਾਲੋ ਨੇ ਮਿਨਿਸਟਰ, ਉਹਨਾਂ ਨੇ ਹੋਰ ਕਿਹੜੀਆਂ ਗੱਲਾਂ ਕਹੀਆਂ ਤੁਹਾਨੂੰ ਸੁਣਾਉਂਦੇ ਹਾਂ। BC ਦੀ ਲੇਬਰ ਮਾਰਕੀਟ ਫੋਰਕਾਸਟ ਅਸੀਂ ਅੱਜ ਰਿਲੀਜ਼ ਕੀਤੀ ਆ ਤੇ ਜਿਹੜੇ ਮਾਡਲਿੰਗ ਆ ਉਹ ਸਾਨੂੰ ਇਹ ਪਤਾ ਵੀ 1 ਮਿਲੀਅਨ ਨਿਊ ਜੌਬਸ BC ਵਿੱਚ ਆਉਣੀਆਂ ਓਵਰ ਦ ਨੈਕਸਟ 10 years। more ਜੌਬਾਂ ਤੇ ਪੀਪਲ ਘੱਟ, ਸੋ ਬਹੁਤ ਵੱਡੀ ਚੈਲੰਜ ਹੈ ਸਾਡੀ ਇਕੋਨਮੀ ਲਈ। ਬਟ ਐਟ ਦ ਸੇਮ ਟਾਈਮ ਇਹ ਬਹੁਤ ਵਧੀਆ ਓਪਰਚੁਨਿਟੀ ਹੈ ਫॉर ਜਿਹੜੇ ਸਾਡੇ ਯੰਗ ਬੱਚੇ ਆ, ਉਹਨਾਂ ਨੂੰ ਪਤਾ ਹੋਊਗਾ ਵੀ ਹੁਣ ਫਿਊਚਰ ਵਿੱਚ ਜੌਬਾਂ ਇੱਥੇ ਬਹੁਤ ਆ ਤੇ ਸਕੂਲ ਤੇ ਟ੍ਰੇਨਿੰਗ ਕਰਕੇ ਉਹ ਜੌਬਾਂ ਓਪਰਚੁਨਿਟੀਜ਼ ਉਹ ਟੇਕ ਕਰ ਸਕਦੇ ਆ। ਇੱਕ ਪਾਸੇ ਜ਼ਿਆਦਾ ਤੋਂ ਜ਼ਿਆਦਾ ਨੌਕਰੀਆਂ ਲਿਆਉਣ ਦੇ ਬਾਰੇ ਨਾ ਸਿਰਫ ਸੂਬਾ ਸਰਕਾਰਾਂ ਸਗੋਂ ਕੈਨੇਡਾ ਸਰਕਾਰ ਦੇ ਵੱਲੋਂ ਵੀ ਦਾਅਵਾ ਕੀਤਾ ਜਾਂਦਾ ਹੈ, ਤਾਂ ਦੂਜੇ ਪਾਸੇ ਕੋਵਿਡ-19 ਦੀਆਂ ਹਦਾਇਤਾਂ ਦੇ ਕਰਕੇ ਜੋ ਪ੍ਰਭਾਵ ਪੈ ਰਿਹਾ ਹੈ ਉਸ ਦੌਰਾਨ ਕਈ ਅਜਿਹੇ ਵਪਾਰ ਜੋ ਵੱਡੇ ਵਪਾਰ ਵੀ ਨੇ ਤੇ ਛੋਟੇ ਵਪਾਰ ਵੀ ਨੇ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਨੇ ਕਿ ਜਾਂ ਤਾਂ ਉਹਨਾਂ ਦੇ ਕੋਲ ਗ੍ਰਾਹਕਾਂ ਦੀ ਕਮੀ ਜਾਂ ਉਹਨਾਂ ਦੇ ਕੰਮ ਦੀ ਕਮੀ ਪੈਣ ਦੇ ਕਰਕੇ ਕੋਵਿਡ-19 ਦੀਆਂ ਹਦਾਇਤਾਂ ਦੇ ਦੌਰਾਨ ਉਹਨਾਂ ਨੂੰ ਘਾਟੇ ਦਾ ਸਾਹਮਣਾ ਕਰਨਾ ਪਿਆ। ਨਾ ਸਿਰਫ ਇਸ ਦੇ ਵਿੱਚ ਛੋਟੇ ਵਪਾਰ ਆਉਂਦੇ ਨੇ, ਇਸ ਦੇ ਵਿੱਚ ਵੱਡੇ ਵਪਾਰ ਵੀ ਜਿਵੇਂ ਕਿ 에ਅਰਲਾਈਨਸ ਵੀ ਸ਼ਾਮਲ ਨੇ। 에ਅਰਲਾਈਨਸ ਦੇ ਵੱਲੋਂ ਕਈ ਅਜਿਹੇ ਫੈਸਲੇ ਹੁਣੇ ਤੋਂ ਲੈਣੇ ਸ਼ੁਰੂ ਕਰ ਦਿੱਤੇ ਗਏ ਨੇ ਕਿ ਆਉਂਦੇ 1 ਜਾਂ 2 ਮਹੀਨਿਆਂ ਵਿੱਚ ਵੀ ਜਿਹੜੀਆਂ ਫਲਾਈਟਾਂ ਪਹਿਲਾਂ ਤੋਂ ਬੁੱਕ ਕੀਤੀਆਂ ਗਈਆਂ ਸਨ ਉਸ ਦੇ ਵਿੱਚ ਕੁਝ ਫੀਸਦ ਤੱਕ ਫਲਾਈਟਾਂ ਨੂੰ ਰੱਦ ਕਰ ਦਿੱਤਾ ਜਾਵੇਗਾ, ਕਿਉਂਕਿ ਸਰਕਾਰ ਦੇ ਵੱਲੋਂ ਫਿਲਹਾਲ ਕੋਈ ਵੀ ਸਥਾਈ ਸਪਸ਼ਟ ਇਸ ਦੇ ਉੱਤੇ ਜਵਾਬ ਜਾਂ ਫਿਰ ਐਲਾਨ ਨਹੀਂ ਕੀਤਾ ਗਿਆ ਕਿ ਆਖਿਰ ਕਦੋਂ ਤੱਕ ਇਹ ਹਦਾਇਤਾਂ ਹਟਾਈਆਂ ਜਾਣਗੀਆਂ, ਕਿਉਂ ਜੋ ਜਿਹੜੇ ਯਾਤਰੀ ਆਉਂਦੇ ਨੇ ਉਹਨਾਂ ਨੇ ਟਰੈਵਲ ਕਰਨਾ ਹੁੰਦਾ ਹੈ, ਕੋਵਿਡ-19 ਦਾ ਟੈਸਟ ਕਰਵਾਉਣਾ ਪੈਂਦਾ ਹੈ ਤੇ ਨਾਲ ਹੀ ਹੋਰ ਜੋ ਹਦਾਇਤਾਂ ਨੇ ਉਹਨਾਂ ਦੇ ਕਰਕੇ ਉਹ ਯਾਤਰਾ ਕਰਨਾ ਹੀ ਨਹੀਂ ਚਾਹੁੰਦੇ, ਜਿਸ ਦੇ ਕਰਕੇ ਯਾਤਰੀਆਂ ਦੀ ਗਿਣਤੀ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਘੱਟ ਹੈ ਤੇ ਇਸ ਦੌਰਾਨ 에ਅਰਲਾਈਨਸ ਨੂੰ ਇਸ ਦੇ ਕਰਕੇ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਹ ਫਲਾਈਟਾਂ ਨੂੰ ਰੱਦ ਕਰਨ ਦੇ ਵਿੱਚ ਜ਼ਿਆਦਾ ਬਿਹਤਰੀ ਸਮਝ ਰਹੇ ਨੇ। ਇਸ ਦੇ ਨਾਲ ਹੀ ਤੁਹਾਨੂੰ ਇਸ ਉੱਤੇ ਦੱਸਦੇ ਹਾਂ ਕਿ ਵੈਸਟ ਜੈਟ 에ਅਰਲਾਈਨ ਨੇ ਕੀ ਇਸ ਦੇ ਬਾਰੇ ਐਲਾਨ ਕੀਤਾ ਹੈ।
ਵੈਸਟਜੈਟ 에ਅਰਲਾਈਨ ਨੇ ਮੁੜ ਤੋਂ ਐਲਾਨ ਕਰ ਦਿੱਤਾ ਕਿ ਕੋਵਿਡ-19 ਦੀਆਂ ਹਦਾਇਤਾਂ ਦੇ ਕਰਕੇ ਜੋ ਟਰੈਵਲ ਦੇ ਉੱਤੇ ਅਸਰ ਪਿਆ ਹੈ, ਉਸ ਤੋਂ ਬਾਅਦ ਮਾਰਚ ਮਹੀਨੇ ਵਾਸਤੇ ਵੀ ਕਈ ਫਲਾਈਟਾਂ ਆਪਣੀਆਂ ਉਹ ਪਹਿਲਾਂ ਤੋਂ ਰੱਦ ਕਰ ਰਹੇ ਨੇ। ਕੈਲਗਰੀ ਦੀ ਇਹ ਕੰਪਨੀ ਹੈ, ਸੋਮਵਾਰ ਨੂੰ ਜਿਨ੍ਹਾਂ ਨੇ ਜਾਣਕਾਰੀ ਦੱਸੀ ਹੈ। ਵੈਸਟਜੈਟ ਕੰਪਨੀ ਨੇ ਪਹਿਲਾਂ ਵੀ ਕਈ ਵਾਰ ਸ਼ਿਕਾਇਤ ਕੀਤੀ ਹੈ ਕੋਵਿਡ-19 ਦੀ ਟੈਸਟਿੰਗ ਦੇ ਕਰਕੇ ਤੇ ਨਾਲ ਹੀ ਕੋਵਿਡ-19 ਦੀਆਂ ਹਦਾਇਤਾਂ ਦੇ ਕਰਕੇ ਯਾਤਰੀਆਂ ਦੀ ਗਿਣਤੀ ਘੱਟ ਹੁੰਦੀ ਹੈ, ਉਸ ਦੇ ਕਰਕੇ ਉਹਨਾਂ ਦੇ ਵਪਾਰ ਦੇ ਉੱਤੇ ਕਾਫੀ ਜ਼ਿਆਦਾ ਪ੍ਰਭਾਵ ਪੈਂਦਾ ਹੈ। ਘੱਟ ਯਾਤਰੀਆਂ ਦੀ ਗਿਣਤੀ ਤੇ ਨਾਲ ਹੀ ਟਰੈਵਲ ਦੇ ਉੱਤੇ ਅਸਰ ਪੈਣ ਦੇ ਕਰਕੇ ਉਹਨਾਂ ਨੂੰ ਅਜਿਹਾ ਫੈਸਲਾ ਲੈਣਾ ਪੈਂਦਾ ਹੈ ਕਿ ਫਲਾਈਟਾਂ ਨੂੰ ਰੱਦ ਕੀਤਾ ਜਾ ਰਿਹਾ ਹੈ। ਵੈਸਟਜੈਟ ਦੇ CEO ਹੈਰੀ ਟੇਲਰ ਨੇ ਇਸ ਦੇ ਬਾਰੇ ਬਿਆਨ ਜਾਰੀ ਕੀਤਾ ਹੈ, ਜਿਸ ਦੇ ਵਿੱਚ ਪਹਿਲਾਂ ਵੀ ਕਈ ਵਾਰ ਇੱਕ ਰਣਨੀਤੀ ਦੀ ਮੰਗ 에ਅਰਲਾਈਨਸ ਦੇ ਵੱਲੋਂ ਕੀਤੀ ਜਾ ਚੁੱਕੀ ਹੈ ਕੈਨੇਡਾ ਸਰਕਾਰ ਤੋਂ ਕਿ ਇਹਨਾਂ ਹਦਾਇਤਾਂ ਨੂੰ ਕਦੋਂ ਤੱਕ ਪੂਰੀ ਤਰ੍ਹਾਂ ਹਟਾਇਆ ਜਾਵੇਗਾ। ਟਰੈਵਲ ਨੂੰ ਲੈ ਕੇ ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦੀ ਹਦਾਇਤ ਕਿਸੇ ਵੀ ਸਮੇਂ ਲਾਗੂ ਹੋ ਸਕਦੀ ਹੈ, ਜਿਸ ਕਰਕੇ ਉਹ ਯਾਤਰਾ ਕਰਨ ਤੋਂ ਗੁਰੇਜ਼ ਕਰਦੇ ਨੇ। ਅਜਿਹਾ ਨਾ ਕਰਨ, ਜਿਸ ਨੂੰ ਲੈ ਕੇ ਜੋ ਟੈਸਟਿੰਗ ਦੀਆਂ ਸ਼ਰਤਾਂ ਵੀ ਨੇ, ਜੇਕਰ ਕੈਨੇਡਾ ਵਿੱਚ ਆਉਣਾ ਕਿਸੇ ਨੇ ਜਾਂ ਫਿਰ ਬਾਹਰਲੇ ਮੁਲਕਾਂ ਵਾਸਤੇ ਵੀ, ਉਸੇ ਕਰਕੇ ਵੀ ਅਸਰ ਪੈ ਰਿਹਾ ਹੈ। ਜਿਸ ਦੇ ਲਈ ਵੈਸਟਜੈਟ ਕੰਪਨੀ ਨੇ ਫਿਲਹਾਲ ਦੱਸਿਆ ਕਿ ਮਾਰਚ ਵਾਸਤੇ ਉਹਨਾਂ ਵੱਲੋਂ ਆਪਣੀਆਂ 20% ਤੱਕ ਫਲਾਈਟਾਂ ਰੱਦ ਕੀਤੀਆਂ ਜਾ ਰਹੀਆਂ ਨੇ ਤੇ ਜਿਨ੍ਹਾਂ ਨੇ ਆਪਣੀਆਂ ਫਲਾਈਟਾਂ ਬੁੱਕ ਕੀਤੀਆਂ ਹੋਈਆਂ ਸਨ ਉਹਨਾਂ ਦੇ ਨਾਲ ਸੰਪਰਕ ਕੰਪਨੀ ਵੱਲੋਂ ਵੀ ਕੀਤਾ ਜਾਵੇਗਾ ਤੇ ਖੁਦ ਵੀ ਜਦੋਂ ਤੁਸੀਂ ਅਪਡੇਟ ਦੇਖਦੇ ਹੋ ਫਲਾਈਟ ਦੀ ਤਾਂ ਉੱਥੇ ਜਾ ਕੇ ਦੇਖਿਆ ਜਾ ਸਕਦਾ ਹੈ ਕਿ ਕਿਤੇ ਤੁਹਾਡੀ ਵੀ ਫਲਾਈਟ ਰੱਦ ਤਾਂ ਨਹੀਂ ਹੋ ਗਈ ਹੈ, ਜਿਸ ਦੇ ਬਾਰੇ ਵੈਸਟਜੈਟ ਸਮੇਤ ਹੋਰ ਕੰਪਨੀਆਂ ਦੇ ਵੱਲੋਂ ਵੀ ਫੈਸਲਾ ਲਿਆ ਜਾ ਸਕਦਾ ਹੈ। ਜਿਹੜੀ ਵੀ 에ਅਰਲਾਈਨ ਦੇ ਰਾਹੀਂ ਤੁਸੀਂ ਆਪਣੀ ਟਿਕਟ ਬੁੱਕ ਕਰਵਾਈ ਹੋਈ ਹੈ ਕਿ ਤੁਹਾਡਾ ਅੱਗੇ ਟਰੈਵਲ ਦਾ ਪਲਾਨ ਹੈ, ਉਸੇ ਉੱਤੇ ਨਜ਼ਰ ਬਣਾ ਕੇ ਜ਼ਰੂਰ ਰੱਖੀ ਜਾਵੇ। ਜੇਕਰ ਤੁਸੀਂ ਆਪਣੀ ਕੋਈ ਵੀ ਟਿਕਟ ਬੁੱਕ ਕਰਵਾਈ ਹੋਈ ਹੈ, ਕੋਈ ਟ੍ਰਿਪ ਪਲਾਨ ਕੀਤਾ ਹੋਇਆ ਤਾਂ ਉਸ ਦੇ ਬਾਰੇ ਆਨਲਾਈਨ ਜਿਹੜੀ ਜਾਣਕਾਰੀ ਹੈ ਕਿ ਕੀ ਉਹ ਫਲਾਈਟ ਸਮੇਂ ਸਿਰ ਕੁਝ ਉਸੇ ਤਰ੍ਹਾਂ ਉਡਾਨ ਭਰੇਗੀ ਜਿਵੇਂ ਤੁਸੀਂ ਬੁਕਿੰਗ ਕੀਤੀ ਹੈ, ਜ਼ਰੂਰ ਪਹਿਲਾਂ ਦੇਖਿਆ ਜਾਵੇ ਤੇ ਇਸ ਦੇ ਦੌਰਾਨ ਸਮੇਂ ਦੇ ਉੱਤੇ ਇਸੇ ਉੱਤੇ ਆਨਲਾਈਨ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਤਾਂ ਕਿ ਬਾਅਦ ਵਿੱਚ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਕਿਉਂਕਿ ਇੱਥੇ ਇਹ ਵੀ ਹੈ ਕਿ ਜਦੋਂ ਵੀ ਫਲਾਈਟ ਰੱਦ ਹੋ ਜਾਂਦੀ ਹੈ ਤਾਂ ਰੀਫੰਡ ਵੀ ਹੈ, ਉਸ ਦੇ ਵਾਸਤੇ ਬਹੁਤ ਜ਼ਿਆਦਾ ਸਮਾਂ ਲੱਗ ਜਾਂਦਾ ਹੈ, ਜਿਸ ਦੇ ਕਰਕੇ ਯਾਤਰੀਆਂ ਨੂੰ ਵੀ ਕਾਫੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਰੁਖ ਅਗਲੀ ਖਬਰ ਦੇ ਵੱਲ ਕਰਾਂਗੇ। ਪੀਲ ਪੁਲਿਸ ਨੇ ਜੋ ਜਾਣਕਾਰੀ ਸਾਂਝੀ ਕੀਤੀ ਹੈ 22 ਸਾਲ ਦੇ ਪੰਜਾਬੀ ਨੌਜਵਾਨ ਦੇ ਉੱਤੇ ਕਿਉਂ ਗੰਭੀਰ ਮਾਮਲੇ ਦਰਜ ਕੀਤੇ ਗਏ ਨੇ, ਉਸ ਦੇ ਬਾਰੇ ਦੱਸਾਂਗੇ। ਪੀਲ ਪੁਲਿਸ ਨੇ ਦੱਸਿਆ ਕਿ 22 ਸਾਲ ਦੇ ਗੁਰਸਿਮਰਨਪ੍ਰੀਤ ਸਿੰਘ ਨਾਮਕ ਨੌਜਵਾਨ ਦੇ ਉੱਤੇ ਮਾਮਲੇ ਦਰਜ ਹੋਏ ਨੇ, ਜਿਸ ਦੇ ਉੱਤੇ ਇਲਜ਼ਾਮ ਨੇ ਕਿ ਮਿਸੀਸਾਗਾ ਦੇ ਵਿੱਚ ਘਰ ਦੇ ਬਾਹਰ ਤੋਂ ਇੱਕ ਵਾਹਨ ਨੂੰ ਚੋਰੀ ਕੀਤਾ ਗਿਆ ਤੇ ਫਿਰ ਉਸ ਨੂੰ ਗ੍ਰਿਫਤਾਰ ਕਰਨ ਲਈ ਜਦੋਂ ਪੁਲਿਸ ਨੇ ਕੋਸ਼ਿਸ਼ ਕੀਤੀ ਤਾਂ ਉਸਨੇ ਪੁਲਿਸ ਦੀਆਂ 2 ਗੱਡੀਆਂ ਦੇ ਨਾਲ ਟੱਕਰ ਮਾਰ ਕੇ ਮੌਕੇ ਤੋਂ ਫਰਾਰ ਹੋਣ ਦੀ ਵੀ ਕੋਸ਼ਿਸ਼ ਕੀਤੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਨੂੰ ਸਵੇਰ ਦੇ 8:20 ਦਾ ਸਮਾਂ ਸੀ ਜਦੋਂ ਇਹ ਮਾਮਲਾ ਸਾਹਮਣੇ ਆਇਆ ਫੋਰੈਸਟ ਪਾਰਕ ਡਰਾਈਵ ਦੇ ਕੋਲ ਤੋਂ, ਜਿੱਥੇ ਕਿ ਵਾਹਨ ਨੂੰ ਚੋਰੀ ਕੀਤਾ ਗਿਆ, ਜਿਸ ਤੋਂ ਬਾਅਦ ਜਾਂਚ ਟੀਮ ਨੇ ਉਸ ਵਾਹਨ ਨੂੰ ਲੱਭ ਲਿਆ ਜੋ ਚੋਰੀ ਹੋਇਆ ਸੀ, ਜੋ ਕਿ ਐਟੋਬਿਕੋਕ ਦੇ ਵਿੱਚ ਪਹੁੰਚ ਗਿਆ ਸੀ ਤੇ ਉੱਥੇ ਤੋਂ ਜਦੋਂ ਪੁਲਿਸ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪਹਿਲਾਂ ਤਾਂ 2 ਪੁਲਿਸ ਦੀਆਂ ਗੱਡੀਆਂ ਦੇ ਨਾਲ ਟੱਕਰ ਮਾਰ ਕੇ ਡਰਾਈਵਰ ਨੇ ਗੱਡੀ ਨੂੰ ਲੈ ਕੇ ਹੀ ਮੌਕੇ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਤੇ ਫਿਰ ਉਸ ਤੋਂ ਬਾਅਦ ਉਹ ਗੱਡੀ ਨੂੰ ਉੱਥੇ ਹੀ ਛੱਡ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਪੁਲਿਸ ਵਾਲਿਆਂ ਨੇ ਉਸ ਨੂੰ ਤੁਰੰਤ ਹਿਰਾਸਤ ਦੇ ਵਿੱਚ ਲੈ ਲਿਆ। ਇਸ ਘਟਨਾ ਵਿੱਚ ਇੱਕ ਹੋਰ ਵਾਹਨ ਸ਼ਾਮਲ ਹੈ, ਜਿਸ ਦੇ ਬਾਰੇ ਪੁਲਿਸ ਨੇ ਕਿਹਾ ਕਿ ਉਹ ਲਾਲ ਰੰਗ ਦਾ ਵਾਹਨ ਸੀ, ਜਿਸ ਦੀ ਕਿ ਉਹ ਭਾਲ ਕਰ ਰਹੇ ਨੇ। ਉਸ ਦਾ ਡਰਾਈਵਰ ਵੀ ਸਾਊਥ ਏਸ਼ੀਅਨ ਹੀ ਸੀ, ਜਿਸ ਨੂੰ ਲੱਭਣ ਦੇ ਵਾਸਤੇ ਸਹਿਯੋਗ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਦੀ ਪਛਾਣ ਵੀ ਨਹੀਂ ਦੱਸੀ ਗਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਦੇ ਕੋਲ ਵੀ ਇਸ ਮਾਮਲੇ ਬਾਰੇ ਕੋਈ ਹੋਰ ਜਾਣਕਾਰੀ ਹੋਵੇ ਤਾਂ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਫਿਲਹਾਲ ਗੁਰਸਿਮਰਨਪ੍ਰੀਤ ਸਿੰਘ ਦੇ ਉੱਤੇ 2 ਮਾਮਲੇ ਦਰਜ ਕੀਤੇ ਗਏ ਨੇ। ਅੱਗੇ ਜਾਣਕਾਰੀ ਜੋ ਹਾਈਵੇ 1 ਦੇ ਉੱਤੇ ਜਾਨਲੇਵਾ ਹਾਦਸਾ ਵਾਪਰਿਆ, 에ਅਰ ਐਂਬੂਲੈਂਸ ਨੂੰ ਬੁਲਾਉਣਾ ਪਿਆ ਪਰ ਫਿਰ ਵੀ ਇੱਕ ਜਣੇ ਦੀ ਜਾਨ ਚਲੀ ਗਈ। ਫਰਵਰੀ 5 ਨੂੰ ਸ਼ਨੀਵਾਰ ਦੇ ਦਿਨ ਇੱਕ ਜਾਨਲੇਵਾ ਹਾਦਸਾ ਹਾਈਵੇ 1 ਦੇ ਉੱਤੇ ਵਾਪਰਿਆ ਸੀ। ਉਸ ਦੇ ਬਾਰੇ ਪੁਲਿਸ ਨੇ ਜਾਣਕਾਰੀ ਅੱਜ ਪੂਰੀ ਸਾਂਝੀ ਕੀਤੀ ਹੈ। ਇਹ ਜਾਨਲੇਵਾ ਹਾਦਸਾ ਬ੍ਰਿਟਿਸ਼ ਕੋਲੰਬੀਆ ਦੇ ਫੀਲਡ ਦੇ ਪੱਛਮ ਵੱਲ ਹਾਈਵੇ 1 ਦੇ ਉੱਤੇ ਵਾਪਰਿਆ ਜਦੋਂ 2 ਵਾਹਨ ਆਪਸ ਦੇ ਵਿੱਚ ਟਕਰਾਏ। ਇਸ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਪਾਇਆ ਗਿਆ ਕਿ ਕਿਊਬ ਦਾ ਡਿਲੀਵਰੀ ਟਰੱਕ ਬੇਕਾਬੂ ਹੋ ਗਿਆ ਸੀ ਕਿਉਂਕਿ ਸੜਕ ਦੇ ਉੱਤੇ ਬਰਫ਼ ਦੇ ਕਰਕੇ ਹਾਲਾਤ ਕੁਝ ਇਹੋ ਜਿਹੇ ਬਣੇ ਹੋਏ ਸਨ ਕਿ ਉਹ ਦੂਜੀ ਲੇਨ ਦੇ ਵਿੱਚ ਚੱਲਿਆ ਗਿਆ, ਜਿੱਥੇ ਕਿ ਸਾਹਮਣੇ ਤੋਂ ਆ ਰਹੇ ਟਰੱਕ ਦੇ ਨਾਲ ਉਸ ਦੀ ਟੱਕਰ ਹੋ ਗਈ। ਸਾਹਮਣੇ ਤੋਂ ਆ ਰਹੇ ਟਰੱਕ ਦੇ ਵਿੱਚ ਡਰਾਈਵਰ ਸੀ ਜੋ ਉਸਨੇ ਦਮ ਤੋੜ ਦਿੱਤਾ, ਜੋ ਕਿ ਅਲਬਰਟਾ ਤੋਂ ਸੀ। 50 ਸਾਲ ਦੇ ਨੇੜੇ ਉਸ ਦੀ ਉਮਰ ਸੀ ਤੇ ਇਸ ਦੇ ਨਾਲ ਹੀ ਉਸ ਦੇ ਨਾਲ ਇੱਕ ਵਿਅਕਤੀ ਬੈਠਾ ਸੀ ਜਿਸ ਦੀ ਉਮਰ 40 ਸਾਲ ਦੇ ਨੇੜੇ ਸੀ। ਉਸ ਦੀ ਹਾਲਤ ਗੰਭੀਰ ਹੈ, ਜਿਸ ਨੂੰ ਕਿ 에ਅਰ ਐਂਬੂਲੈਂਸ ਦੇ ਰਾਹੀਂ ਹਸਪਤਾਲ ਦੇ ਵਿੱਚ ਅਲਬਰਟਾ ਪਹੁੰਚਾਇਆ ਗਿਆ। ਇਸ ਦੌਰਾਨ ਇਹ ਵੀ ਦੱਸਿਆ ਗਿਆ ਕਿ ਜੋ ਟਰੱਕ ਬੇਕਾਬੂ ਹੋਇਆ ਸੀ, ਜਿਸ ਦੇ ਵਿੱਚ 2 ਜਣੇ ਮੌਜੂਦ ਸੀ, ਉਹਨਾਂ ਨੂੰ ਕੋਈ ਵੀ ਸੱਟ ਤੱਕ ਨਹੀਂ ਲੱਗੀ, ਉਹ ਬਿਲਕੁਲ ਠੀਕ ਨੇ।
ਹਾਈਵੇ 1 ਦੇ ਉੱਤੇ ਕਾਫੀ ਦੇਰ ਤੱਕ ਟ੍ਰੈਫਿਕ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ। ਯੋਹੋ ਨੈਸ਼ਨਲ ਪਾਰਕ ਤੱਕ ਬੰਦ ਕਰ ਦਿੱਤਾ ਗਿਆ ਸੀ। ਕਈ ਘੰਟੇ ਅਧਿਕਾਰੀਆਂ ਨੇ ਜਾਂਚ ਕੀਤੀ, ਜਿਸ ਦੇ ਵਿੱਚ BC ਹਾਈਵੇ ਪੈਟਰੋਲ ਤੋਂ ਅਧਿਕਾਰੀ ਤੇ ਨਾਲ ਹੀ RCMP ਤੇ ਨਾਲ ਹੀ ਜੋ ਐਮਰਜੈਂਸੀ ਕਰਿਊ ਮੌਕੇ ਦੇ ਉੱਤੇ ਪਹੁੰਚੀ। ਇਸ ਦੌਰਾਨ BC ਕਾਰਨਰ ਸਰਵਿਸ ਤੋਂ ਅਧਿਕਾਰੀ ਪਹੁੰਚ ਗਏ ਸਨ ਜਦੋਂ ਵਿਅਕਤੀ ਦੀ ਜਾਨ ਜਾਣ ਦੇ ਬਾਰੇ ਪਤਾ ਲੱਗਿਆ। ਅਧਿਕਾਰੀਆਂ ਨੇ ਕਿਹਾ ਕਿ ਇਸ ਹਾਦਸੇ ਦੀ ਜੇਕਰ ਕਿਸੇ ਦੇ ਕੋਲ ਕੋਈ ਡੈਸ਼ ਕੈਮ ਵੀਡੀਓ ਹੋਵੇ ਤਾਂ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਹਾਦਸੇ ਨਾਲ ਸੰਬੰਧਿਤ ਗੋਲਡਨ ਦੇ ਵਿੱਚ BC ਹਾਈਵੇ ਪੈਟਰੋਲ ਦੇ ਅਧਿਕਾਰੀ ਨੇ ਜੋ ਉਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ 250 344 2221 ਦੇ ਉੱਤੇ। ਇਸ ਦੇ ਨਾਲ ਹੀ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਜੇਕਰ ਕੋਈ ਹੋਰ ਅਪਡੇਟ ਸਾਹਮਣੇ ਆਉਂਦੀ ਹੈ ਤਾਂ ਤੁਹਾਨੂੰ ਦੱਸਾਂਗੇ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।